ਜਿਸਨੂੰ ਮਤਿ ਆਵੇ ਸੋ ਸਤਿਗੁਰ ਮਾਹੀ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸੇ ਅੰਤਰ ਰਵੈ ਹਰਿ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਗੌੜੀ ਮਹਿਲਾ ਪੰਜਵਾਂ ਸ਼ਾਂਤ ਪਈ ਗੁਰ ਗੋਬਿੰਦ ਪਾਈ। ਤਾਪ ਪਾਪ ਬਿਨਸੇ ਮੇਰੇ ਭਾਈ। ਰਹਾਉ ਰਾਮ ਨਾਮ ਨਿਤ ਰਸਨ ਬਖਾਨ। ਬਿਨਸੇ ਰੋਗ ਭਏ ਕਲਿਆਣ। ਪਾਰ ਬ੍ਰਹਮ ਗੁਣ ਅਗੰਮ ਵਿਚਾਰ। ਸਾਧੂ ਸੰਗਮ ਹੈ ਨਿਸਤਾਰ। ਨਿਰਮਲ ਗੁਣ ਗਾਵੋ ਨਿਤ ਨੀਤ। ਗਈ ਬਿਆਦ ਉਬਰੇ ਜਨ ਮੀਤ। ਮਨ ਬਚ ਕਰਮ ਪ੍ਰਭ ਆਪਣਾ ਧਿਆਈ। ਨਾਨਕ ਦਾਸ ਤੇਰੀ ਸ਼ਰਨਾਈ। ਮਨ ਬਚ ਕਰਮ ਪ੍ਰਭ ਆਪਣਾ ਧਿਆਈ। ਨਾਨਕ ਦਾਸ ਤੇਰੀ ਸ਼ਰਨਾਈ।
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਗੌੜੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ 200 ਅੰਗ ਤੇ ਦਰਜ ਹੈ। ਇਸ ਸ਼ਬਦ ਦੀ ਵਿਚਾਰ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਆਪ ਜੀ ਨੂੰ ਸਰਵਣ ਕਰਵਾਉਣਗੇ। 2 ਦਿਨ ਦਾ ਆਪ ਜੀ ਦਾ ਸਮਾਂ ਹੈ ਸਾਡੇ ਪਾਸ। ਅੰਮ੍ਰਿਤ ਦਾ ਬਾਟਾ ਹਰ ਐਤਵਾਰ 11 ਵਜੇ ਤਿਆਰ ਹੁੰਦਾ ਹੈ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਘਰਾਂ ਦੇ ਵਿੱਚ ਪੰਜਾਬੀ ਬੋਲਿਆ ਕਰੋ, ਬੱਚਿਆਂ ਨੂੰ ਗੁਰਮੁਖੀ ਪੜ੍ਹਾਓ ਤਾਂ ਕਿ ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨੀ ਲੱਗ ਸਕਣ। ਪਰਸੋਂ 23 ਤਰੀਕ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਪਵਿੱਤਰ ਜਨਮ ਦਿਹਾੜਾ ਹੈ, ਜੋ ਇਸੇ ਹੀ ਅਸਥਾਨ ਤੇ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਲੈ ਕੇ 11 ਵਜੇ ਤੱਕ ਮਨਾਇਆ ਜਾਵੇਗਾ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ 27 ਤਰੀਕ ਨੂੰ ਹੈ, ਜੋ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਰਕਾਬਗੰਜ ਸਾਹਿਬ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਅੰਦਰ ਮਨਾਇਆ ਜਾਣਾ ਹੈ। ਨਗਰ ਕੀਰਤਨ 26 ਤਰੀਕ ਨੂੰ ਸਜੇਗਾ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਲੈ ਕੇ ਗੁਰਦੁਆਰਾ ਨਾਨਕ ਪਿਆਓ ਸਾਹਿਬ ਤੱਕ। ਇਹਨਾਂ ਸਾਰੇ ਸਮਿਆਂ ਤੇ ਸੇਵਾ ਕਰਕੇ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ। ਇਹਨਾਂ ਸਮਿਆਂ ਤੇ ਆਪ ਨੇ ਲੰਗਰਾਂ ਦੀ ਸੇਵਾ ਕਰਨੀ ਹੈ। ਕੇਵਲ ਦਿੱਲੀ ਨਹੀਂ, ਦੁਨੀਆ ਭਰ ਵਿੱਚ ਮੈਂ ਸਭ ਸਿੱਖਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹਨੂੰ ਅੱਧਾ ਕਰ ਲਓ। ਅੱਧੀ ਮਾਇਆ ਦਾਲ ਪ੍ਰਸ਼ਾਦੇ ਤੇ ਖਰਚੋ, ਅੱਧੀ ਮਾਇਆ ਜਿਹੜੀ ਹੈ ਉਹ ਵਿਦਿਆ ਤੇ, ਕਿਤਾਬਾਂ ਤੇ, ਕਾਪੀਆਂ ਤੇ, ਵਰਦੀਆਂ ਤੇ, ਫੀਸਾਂ ਤੇ ਖਰਚ ਕੇ ਜਿਹੜੇ ਗਰੀਬ ਸਿੱਖ ਪਰਿਵਾਰ ਨੇ ਆਪਾਂ ਉਹਨਾਂ ਦੇ ਬੱਚਿਆਂ ਨੂੰ ਸੰਭਾਲੀਏ, ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈਏ। ਸ਼ਰਤ ਜ਼ਰੂਰ ਰੱਖੀਏ ਕਿ ਬੱਚੇ ਕੇਸਾਂ ਧਾਰੀ ਹੋਣਗੇ, 5ਵੀਂ ਤੋਂ ਬਾਅਦ ਅੰਮ੍ਰਿਤਧਾਰੀ ਹੋਣਗੇ, 10ਵੀਂ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਜਪਜੀ ਸਾਹਿਬ ਰਹਿਰਾਸ ਦਾ ਪਾਠ ਕੰਠ ਹੋਏਗਾ। ਜਦੋਂ ਇੱਦਾਂ ਤੁਸੀਂ ਆਪਣੀ ਕੌਮ ਨੂੰ ਸੰਭਾਲੋਗੇ, ਪੰਥ ਦੀ ਚੜ੍ਹਦੀ ਕਲਾ ਹੋਵੇਗੀ, ਗੁਰੂ ਮਹਾਰਾਜ ਦੀਆਂ ਖੁਸ਼ੀਆਂ ਮਿਲਣਗੀਆਂ। ਪੰਜਾਬ ਦੇ ਲੋਕ ਵਿਦਿਆ ਦੇ ਲਾਲਚ ਵਿੱਚ ਈਸਾਈ ਧਰਮ ਵੱਲ ਤੁਰੇ ਜਾਂਦੇ ਨੇ। ਅਸੀਂ ਬੱਸ ਅੱਡਿਆਂ ਤੇ ਲੰਗਰ ਲਾਈ ਜਾਂਦੇ ਹਾਂ। ਮੇਰਾ ਖਿਆਲ ਹੈ ਘਾਟਾ ਕਿਸੇ ਗੱਲ ਦਾ ਨਹੀਂ, ਸਿਰਫ ਅਕਲ ਦਾ ਘਾਟਾ ਹੈ। ਸੋ ਆਪਾਂ ਗੁਰੂ ਮਹਾਰਾਜ ਦੇ ਕੋਲੋਂ ਆ ਕੇ ਇਹ ਅਕਲ ਮੰਗੀਏ ਕਿ ਮਹਾਰਾਜ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਅਰਾਧਾ। ਉਹਦੀ ਭਗਤੀ ਦੇ ਜਿਹੜੇ ਕਾਰਜ ਨੇ ਉਹਨਾਂ ਵਿੱਚ ਸੇਵਾ ਵੀ ਹੈ, ਉਹਨਾਂ ਵਿੱਚ ਸਿਮਰਨ ਵੀ ਹੈ, ਪਰ ਕਰੀਏ ਅਕਲ ਨਾਲ। ਅਗਲੇ ਸਮੇਂ ਲਈ ਗੁਰਬਾਣੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਅਮੇ ਦ੍ਰਿਸ਼ਟ ਸ਼ੁਭ ਕਰੇ ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ। ਗੁਰ ਨਵ ਨਿਧ ਦਰਿਆਓ ਜਨਮ ਹਮ ਕਾਰਖ ਧੋਵੈ।
सो कहो टल गुर सेविय, अहनित सहज सुभाए। दर्शन परसै गुरु के, जन्म मरण दुख जाए। कचों कंचन भयो, शब्द गुरु श्रमण सुनियो। बिखते अमृत होयो, नाम सतगुर मुख भणियो। लोहो होयो लाल, नदर सतगुर जद धारै। पाहण माणक करे, ज्ञान गुर कहो विचारें। काठों श्री खंड, सतगुर कियो। दुख दरिद्र तिनके गए, सतगुरु चरण जिन परसया। से पस प्रेत सुर नर भय, जाम गुरु होए वर्ण। धनै क्या गारव दिजै, जाम गुरु होए वर्ण। लख बाहें क्या कीजै, जाम गुरु होए वर्ण। ज्ञान अर ध्यान अनन पर, जाम गुरु होए वर्ण। शब्द साखी सो सचै घर, जो गुरु गुरु ऐनिस जपै। दास भट बेनत कहे, जो गुरु नाम हृद में धरे। से जन्म मरण दोथे रहे। बेशुमार अठा अगंत तोलै, ज्यों बुलावो त्यों नानक दास बोलै। ज्यों बुलावो त्यों नानक दास बोलै। जागदी जोत, ज़ाहरा ज़ुहूर, हाजरा हजूर। सर्व कला भरपूर, चवर छतर तख्त दे मालक। जुगो जुगो टल सतगुरु धन धन। श्री गुरु ग्रंथ साहिब जी की पावन पवित्र हजूरी अंदर गुरुद्वारा बंगला ਸਾਹਿਬ ਵਿਖੇ ਸਮੁੱਚੇ ਦੇਸ਼ ਅਤੇ ਵਿਦੇਸ਼ਾਂ ਵਿੱਚ ਗੁਰੂ ਕੇ ਪਾਵਨ ਸ਼ਬਦ ਦੀ ਵਿਚਾਰ ਸ਼ਰਮਨ ਕਰਨ ਵਾਸਤੇ ਜੁੜ ਬੈਠੀ ਸਾਧ ਸੰਗਤ ਜੀਓ, ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਕੀ ਪਵਿੱਤਰ ਬਾਣੀ ਦੀ ਵਿਚਾਰ ਕਰਨ ਅਤੇ ਸੁਣਨ ਲਈ ਜੁੜੋ। क्योंकि गुरु ग्रंथ साहिब जी का पावन हुक्म है, उनके भांडे कछ न समावे। सीधे अमृत परे निहार। जिस जगयासू का हिरदा रूपी बर्तन उल्टा है, भाव किसी होर पासे ध्यान है, उन्होंने कुछ प्राप्ति नहीं होगी। पर जिसका हिरदा रूपी बर्तन गुरु के सन्मुख है, ਉਹਦੇ अंदर गुरु का उपदेश रूपी अमृत पवेगा। उनके भांडे कछ न समावे, सीधे अमृत परे निहार। एक मन एक चित होवो। सब तो पहला गुरु पातशाह की बख्शी हुई फतेह गजाओ। वाहिगुरु जी का खालसा, वाहिगुरु जी की फतेह। पावन स्थान ते निता प्रति धन धन श्री गुरु ग्रंथ साहिब जी की बाणी की लड़ीवार विचार चल रही है। अज का ये पावन शब्द जिसका पाठ आप जी ने श्रवण किया है,
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਗੌੜੀ ਰਾਗ ਵਿੱਚ ਬਖਸ਼ਿਸ਼ ਕਰਦੇ ਹਨ। ਦਾਸ ਦੀ ਤੁਛ ਬੁੱਧ ਵਿੱਚ ਸਮਝ ਆਉਂਦਾ ਹੈ ਕਿ ਜਿਵੇਂ ਇੱਕ ਟੀਚਰ ਆਪਣਾ ਅਨੁਭਵ ਆਪਣੇ ਵਿਦਿਆਰਥੀਆਂ ਨੂੰ ਦੱਸਦਾ ਹੈ, ਇੱਕ ਪ੍ਰੀਚਰ ਆਪਣਾ ਅਨੁਭਵ ਆਪਣੇ ਸਰੋਤਿਆਂ ਨੂੰ ਦੱਸਦਾ ਹੈ, ਸੁਗੜ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਆਪਣਾ ਐਕਸਪੀਰੀਅੰਸ ਦੱਸਦੇ ਨੇ। ਬੇਟਾ ਅਸੀਂ ਇਉਂ ਕੀਤਾ, ਇਉਂ ਕੀਤਾ, ਇਉਂ ਕੀਤਾ, ਸਾਨੂੰ ਆਹ ਪ੍ਰਾਪਤੀ ਹੋਈ, ਇਵੇਂ ਹੋਈ। ਸੱਚਮੁੱਚ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਇਸ ਪਾਵਨ ਸ਼ਬਦ ਅੰਦਰ ਆਪਣੀ ਉਸ ਅਵਸਥਾ ਦਾ ਜ਼ਿਕਰ ਕਰਦੇ ਹਨ ਤੇ ਸਾਨੂੰ ਪ੍ਰੇਰਨਾ ਕਰਦੇ ਹਨ, ਬਈ ਜੇ ਤੁਸੀਂ ਵੀ ਚਾਹੁੰਦੇ ਹੋ ਤਾਂ ਤੁਸੀਂ ਵੀ ਇਸ ਰਸਤੇ 'ਤੇ ਆਓ, ਇਹ ਕੰਮ ਕਰੋ, ਤੁਹਾਨੂੰ ਵੀ ਪ੍ਰਾਪਤੀ ਹੋਵੇਗੀ। ਤੁਸੀਂ ਆਖੋਗੇ ਕਾਹਦੀ ਪ੍ਰਾਪਤੀ? ਇਸ ਪਾਵਨ ਸ਼ਬਦ ਦਾ ਪਹਿਲਾ ਅੱਖਰ ਹੈ ਸ਼ਾਂਤ ਭਈ, ਜਿਹਦਾ ਅਰਥ ਹੈ ਸ਼ਾਂਤੀ ਹੋ ਗਈ। ਇਹ ਦੱਸੋ, ਜਿਤਨੇ ਵੀ ਤੁਸੀਂ ਬੈਠੇ ਹੋ ਸ਼ਾਂਤੀ ਚਾਹੁੰਦੇ ਹੋ? ਤੁਸੀਂ ਕਹੋਗੇ ਹਾਂਜੀ। ਕੌਣ ਨਹੀਂ ਸ਼ਾਂਤੀ ਚਾਹੁੰਦਾ? ਸਭ ਚਾਹੁੰਦੇ ਨੇ ਸਾਡੇ ਘਰ ਵਿੱਚ ਸ਼ਾਂਤੀ ਹੋਵੇ, ਸਾਡੇ ਹਿਰਦੇ ਵਿੱਚ ਸ਼ਾਂਤੀ ਹੋਵੇ। ਹਰ ਬੰਦਾ ਚਾਹੁੰਦਾ ਮੈਂ ਅਰੋਗ ਹੋਵਾਂ, ਮੈਨੂੰ ਕੋਈ ਬਿਮਾਰੀ ਨਾ ਰਹੇ, ਪਰ ਇਹ ਕਿਵੇਂ ਹੋਵੇਗੀ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸ਼ਾਂਤ ਭਈ ਗੁਰ ਗੋਬਿੰਦ ਪਾਈ। ਕਿਉਂਕਿ ਦਾਸ ਨਿਤਾ ਪ੍ਰਤੀ ਲੜੀਵਾਰ ਬਾਣੀ ਦੀ ਵਿਚਾਰ ਵੀ ਕਰਦਾ ਹੈ, ਇਹਦਾ ਮੈਨੂੰ ਬਹੁਤ ਲਾਭ ਹੋਇਆ। ਮੈਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਉਹ ਬਚਨ ਪ੍ਰਤੱਖ ਹੋ ਗਏ। ਕਿਹੜੇ ਬਚਨ? ਹਮ ਧਨਵੰਤ ਭਾਗਠ ਸਚ ਨਾਏ, ਹਰ ਗੁਣ ਗਾਵੇਂ ਸਹਿਜ ਸੁਭਾਏ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨ ਮੋਲ, ਭਰੇ ਭੰਡਾਰ ਅਖੁੱਟ ਅਤੋਲ। ਖਾਵੇਂ ਖਰਚੇ ਰਲਮਿਲ ਭਾਈ, ਟੋਟ ਨ ਆਵੇ ਵਧ ਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਾਰੀ ਬਾਣੀ ਨੂੰ ਇੱਕ ਇੱਕ ਅੱਖਰ, ਇੱਕ ਇੱਕ ਲਗ ਮਾਤਰ ਤਰਤੀਬ ਦਿੱਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਵਰਗੇ ਕਥਨੀ ਤੇ ਕਰਨੀ ਦੇ ਪੂਰਨ ਗੁਰਸਿੱਖ ਨੇ ਲਿਖਣ ਦੀ ਸੇਵਾ ਕੀਤੀ। ਇਹ ਗੱਲ ਤੇ ਸਾਨੂੰ ਸਭ ਨੂੰ ਪਤਾ ਹੋਣੀ ਚਾਹੀਦੀ ਹੈ। ਤੇ ਜਿਸ ਨੇ ਇੱਕ ਇੱਕ ਅੱਖਰ ਪੜ੍ਹਿਆ ਹੋਵੇ, ਵਿਚਾਰਿਆ ਹੋਵੇ, ਉਹਨਾਂ ਨੂੰ ਕੀ ਨਹੀਂ ਪ੍ਰਾਪਤ ਹੋਇਆ, ਕੀ ਨਹੀਂ ਪਤਾ ਲੱਗਾ। ਉਹ ਕਹਿੰਦੇ ਮੈਂ ਤੇ ਜਿਉਂ-ਜਿਉਂ ਆਪਣੇ ਪਿਓ ਦਾਦੇ ਦਾ ਖਜ਼ਾਨਾ ਖੋਲ੍ਹਿਆ, ਅੱਜ ਸਾਡੀ ਬਦਕਿਸਮਤੀ ਹੈ, ਸਾਡੇ ਵਿੱਚੋਂ ਬਹੁ ਗਿਣਤੀ ਬਾਣੀ ਪੜ੍ਹਨ ਵੱਲੋਂ ਅਵੇਸਲੀ ਹੋ ਗਈ। ਦਾਸ ਨੇ ਉਹ ਵੀ ਸਮਾਂ ਦੇਖਿਆ ਜਦੋਂ ਹਰ ਗੁਰਸਿੱਖ ਮਾਈ ਭਾਈ ਉਦੋਂ ਤੀਕਰ ਅੰਨ ਜਲ ਮੂੰਹ ਨਹੀਂ ਲਾਉਂਦੇ ਸਨ, ਜਦੋਂ ਤੀਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਕਰਦੇ, ਜਦੋਂ ਤੀਕਰ ਹੁਕਮਨਾਮਾ ਨਹੀਂ ਲੈਂਦੇ ਸਨ,
ਜਾਂ ਸਹਿਜ ਪਾਠ ਨਹੀਂ ਕਰਦੇ, ਆਂਦੇ ਨਾ ਇਹ ਕੰਮ ਨਹੀਂ ਕਰ। ਹੁਣ ਮਾਰੋ ਆਪਣੇ ਅੰਦਰ ਝਾਤ, ਸਾਡੇ ਵਿੱਚੋਂ ਕਿੰਨੇ ਕਿੰਨੇ ਜਿਹੜੇ ਇਸ ਨੂੰ ਪਾਬੰਦੀ ਨਾਲ ਨਿਭਾ ਰਹੇ। ਹੁਣ ਤੇ ਅਸੀਂ ਅਵੇਸਲੇ ਹੋ ਗਏ। ਤੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪਣਾ ਅਨੁਭਵ ਦੱਸ ਰਹੇ। ਭਾਈ, ਜਿਸ ਸ਼ਾਂਤੀ ਨੂੰ ਤੁਸੀਂ ਲੱਭਦੇ ਫਿਰਦੇ ਹੋ, ਜਿਸ ਸ਼ਾਂਤੀ ਦੀ ਪ੍ਰਾਪਤੀ ਲਈ ਤੁਸੀਂ ਤਰਲੇ ਮਾਰਦੇ ਹੋ, ਮੈਨੂੰ ਤੇ ਇੱਥੋਂ ਪ੍ਰਾਪਤ ਹੋਈ। ਸ਼ਾਂਤ ਭਈ ਗੁਰ ਗੋਬਿੰਦ ਪਾਈ। ਹੁਣ ਇੱਥੇ ਗੋਬਿੰਦ ਦੇ ਦੱਦੇ ਨੂੰ ਸਿਹਾਰੀ ਹੈ। ਆਮ ਤੌਰ 'ਤੇ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ 'ਚ ਗੋਬਿੰਦ ਆਏਗਾ, ਗੱਗੇ ਨੂੰ ਗੋ ਹੋੜਾ, ਬੱਬੇ ਨੂੰ ਬਿਸਿਆਰੀ, ਟਿੱਪੀ ਦੱਦੇ ਨੂੰ ਔਂਕੜ ਆਏਗਾ। ਪਰ ਇੱਥੇ ਦੱਦੇ ਨੂੰ ਸਿਹਾਰੀ ਹੈ। ਕਿੰਨਿਆਂ ਕੁ ਨੂੰ ਪਤਾ ਵੀ ਸਿਹਾਰੀ ਦਾ ਕੀ ਮਤਲਬ ਹੈ? ਗੋਬਿੰਦ ਰੂਪ ਗੁਰੂ ਨੇ ਮੇਰੇ ਅੰਦਰ ਸ਼ਾਂਤੀ ਪੈਦਾ ਕੀਤੀ। ਕਦੋਂ? ਜਦੋਂ ਗੁਰੂ ਗੋਬਿੰਦ ਦੀ ਗੱਲ ਮੰਨੀ। ਸਾਰੇ ਗੁਰੂ ਸਾਹਿਬ ਇਹੀ ਕਹਿ ਰਹੇ। ਸਿੱਧਾਂ ਨੇ ਪੁੱਛਿਆ, ਕਮਣ ਮੂਲ ਕਮਣ ਮਤ ਵੇਲਾ, ਤੇਰਾ ਕਮਣ ਗੁਰੂ ਜਿਸ ਕਾ ਤੂੰ ਚੇਲਾ। ਤੇ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਜੇ ਗੁਰੂ ਅੰਗਦ ਦੇਵ ਜੀ ਨੂੰ ਪੁੱਛੋ, ਜੇ ਗੁਰੂ ਅਮਰਦਾਸ ਜੀ ਦਾ ਜੀਵਨ ਪੜ੍ਹੋ, ਜੇ ਗੁਰੂ ਰਾਮਦਾਸ ਜੀ ਨੂੰ ਪੁੱਛੋ, ਉਹ ਕਹਿੰਦੇ ਭਾਈ ਜੇ ਸ਼ਾਂਤੀ ਲੈਣੀ ਹੈ ਫਿਰ ਕੀ ਕਰੋ? ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਜੋ ਗੁਰ ਕਹੈ ਸੋਈ ਭਲ ਮਾਨੋ, ਜੋ ਗੁਰ ਕਹੈ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ ਨਿਰਾਲੀ। ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ, ਪਿਆਰਿਓ ਸ਼ਾਂਤੀ ਹੋ ਗਈ ਹੈ, ਸ਼ਾਂਤ ਭਈ। ਮੈਨੂੰ ਤਾਂ ਠੰਡ ਵਰਤ ਗਈ ਹੈ। ਜੇ ਤੁਸੀਂ ਵੀ ਲੈਣੀ ਚਾਹੁੰਦੇ ਹੋ ਤੇ ਫਿਰ ਗੁਰੂ ਦੇ ਦੱਸੇ ਰਾਹ ਤੇ ਚਲੋ। ਗੁਰੂ ਦਾ ਦੱਸਿਆ ਰਾਹ ਕੀ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਸ਼ਾਲ ਗਿਆਨ ਵਿੱਚ ਜਦੋਂ ਮੈਂ ਨਜ਼ਰ ਮਾਰਦਾ ਤਾਂ ਮੇਰੇ ਪਾਤਸ਼ਾਹ ਕਹਿੰਦੇ ਨੇ, ਮੈਨੂੰ ਤੇ ਇਸ ਤਰ੍ਹਾਂ ਸ਼ਾਂਤੀ ਪ੍ਰਾਪਤ ਹੋਈ ਹੈ, ਤੁਸੀਂ ਕਰ ਲਓ। ਰਸਨਾ ਗੁਣ ਗੋਪਾਲ ਨਿਧ ਗਾਇਨ, ਰਸਨਾ ਗੁਣ ਗੋਪਾਲ ਨਿਧ ਗਾਇਨ। ਬਾਣੀ ਇਤਨੀ ਸਰਲ ਹੈ, ਇਤਨੀ ਸੁਖੈਨ ਹੈ, ਪਰ ਅਸੀਂ ਨਾ ਪੜ੍ਹਨ ਕਰਕੇ, ਨਾ ਵਿਚਾਰਨ ਕਰਕੇ ਕਹਿਣ ਲੱਗ ਪਏ ਬਾਣੀ ਬੜੀ ਔਖੀ ਹੈ। ਨਾ, ਬਾਣੀ ਵਰਗਾ ਸੌਖਾ ਤੇ ਗਿਆਨ ਹੀ ਨਹੀਂ ਕਿਧਰੇ ਹੈ। ਭਾਈ ਨਾ ਕੋਈ ਸੰਸਕ੍ਰਿਤ ਦੇ ਸ਼ਲੋਕ ਪੜ੍ਹਨੇ ਪੈਣੇ ਨੇ, ਨਾ ਕੋਈ ਅਰਬੀ ਫਾਰਸੀ ਪੜ੍ਹਨੀ ਪੈਣੀ ਹੈ। ਤੁਹਾਡੀ ਆਪਣੀ ਬੋਲੀ ਵਿੱਚ ਸਭ ਕੁਝ ਲਿਖਿਆ, ਪਰ ਅਸੀਂ ਔਖੀ ਔਖੀ ਕਹਿ ਕੇ ਦੂਰ ਹੋ ਗਏ। ਦੱਸੋ, ਮੈਂ ਪੰਗਤੀ ਪੜ੍ਹੀ ਹੈ, ਤੁਸੀਂ ਸੁਣੀ ਹੈ, ਤੁਹਾਨੂੰ ਨਹੀਂ ਸਮਝ ਆਈ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਪਿਆਰਿਓ ਇਹ ਰਸਨਾ ਪਰਮਾਤਮਾ ਨੇ ਇਸ ਲਈ ਦਿੱਤੀ ਹੈ, ਇਹਦੇ ਨਾਲ ਉਸ ਗੋਬਿੰਦ ਦੇ ਗੁਣ ਗਾਓ। ਮੈਂ ਤੇ ਗਾਉਂਦਾ ਹਾਂ, ਤੇ ਮੈਨੂੰ ਇਹਦੇ ਤੋਂ ਕੀ ਪ੍ਰਾਪਤੀ ਹੋਈ ਹੈ? ਫਿਰ ਇੱਕ ਵਾਰੀ ਕਰੋ ਕਿਰਪਾ। ਮੈਂ ਇਹ ਦੇਖਦਾ ਕਿ ਇੱਥੇ ਸੰਗਤ ਮੇਰੇ ਪਿੱਛੇ 2-4 ਸਰੀਰ ਬਹਿੰਦੇ,
बाकी सब खिंड के बैठते, क्योंकि इस स्थान की स्थिति इस स्थान कोई बात नहीं। पर जे तुहाडी सुरती इत्थे जुड़ेगी तो मैनू कोई फर्क नहीं, जिथे भी बैठे हो। गुरु अर्जन देव पातशाह फरमाते ने, शांत बही गुर गोबिंद पाई। मैनू शांति प्राप्त हो गई, पर किथों हुई? जिमें किसी कोल कोई चंगी वस्तु होवे, तुसी वेख के पुछदे हो जी ये किथों लई जे, ये किहड़ी दुकान तो खरीदी जे, मैनू भी दसो। असी भी गुरु कोलों पुछीए, महाराज ये शांति किवें प्राप्त हो? पहली गल तो ये गुरु गोबिंद पाई, गुरु गोबिंद पासों मैनू प्राप्त हुई है। गुरु गोबिंद का मतलब गोबिंद रूप गुरु, गुरु ते गोबिंद विच कोई फर्क नहीं। सतपुरख जिन जानिया, सतगुर तिसका नाऊं, तिसकै संग सिख उधरै, नानक हर गुण गाऊं। गुरु कौन है? गुरु वो है जिसके दर्शन करन नाल, जिसके पावन बचनां नूं सुनन ते मनन नाल जीवन बदल जाता। जे साडा नहीं बदलिया तो कोई कमी साडे विच है, असी गुरु दे दसे राह ते नहीं चले। गुरु अर्जन देव पातशाह कहने, प्यारिओ रसना गुण गोपाल निध गायन, रसना गुण गोपाल निध गायन। जदों मैं अपनी रसना दे नाल उस गोपाल दे जो सारी सृष्टि की पालना करने वाला, उहदे गुण गायन कीते, शांत सहज रहस मन उपजयो, शांत सहज रहस मन उपजयो। शांत सहज रहस मन उपज। आख्या गोबिंद के गुण गायन करन दे नाल मेरे अंदर शांति आ गई, मेरे अंदर सहज अडोलता आ गई, मेरे अंदर रहस खेड़ा ते विकास आ गया। और जदों ये दात मनु प्राप्त हुई, सगले दुख पलायन, सारे दुख भज गए। आनंद साहब पढ़दे अपना कितना समा बीत गया। आनंद भया मेरी माए सतगुरु मैं पाया। पढ़िया है ना? कदे इस गल वल ध्यान मारिए भी आनंद हो गया कि नहीं होया, शांति आ गई कि नहीं आई। तो साध संगत समा बड़ा सीमित होता है, पर गल गुरु जी समझ आ जाए तो बस। भट्ट साहबान कहते ने, असी पूरा 1 साल भटकते रहे। रहो संत हो टोल साध बो तेरे डिठे, सन्यासी तपसीए मुखों पंडित मिठे। बरस एक हो फिरो किने नो परचो लायो, कहते है कहती सुनी रहत को खुशी ना आयो। हर नाम छोड़ दूजे लगे तिनके गुण हो क्या कहूँ। गुर दई मलायो भिखिया जिव तू रखें तिव रहो। आख्या हुण गुरु की संगत विच आके की बनिया, कचों कंचन भयो, शब्द गुर श्रवणे सुनियो। जदों मैं कन्नां नाल गुरु का शब्द सुनिया, सुनने का मतलब सिर्फ सुन के छड्ड नहीं दिता। मैं कई बारी विचार करदियां एक गल अपनी हड्ड बीती सुनाई, शायद किसी को प्रेरणा मिल जाए। जदों मैं संत तेजा सिंह जी MA मस्तवाने वालियां दे खोले हुए कलगीधर मिशनरी कॉलेज विच पढ़ रहा सी। मेरी उम्र 11 साल की सी।
ਮੈਂ ਬਚਪਨ ਤੋਂ ਬਾਣੀ ਦਾ ਪਾਠ ਕਰਦਾ ਸੀ। ਬਹੁਤ ਛੋਟੀ ਉਮਰ ਤੋਂ ਅਖੰਡ ਪਾਠ ਕਰਨ ਲੱਗ ਪਿਆ। ਗੁਰੂ ਦੀ ਕਿਰਪਾ, ਪਿਤਾ ਜੀ ਦੀ ਇਸ ਪਾਸੇ ਲਗਨ ਸੀ। ਅਸੀਂ ਲਾਇਬ੍ਰੇਰੀ ਵਿੱਚ ਬੈਠੇ ਹੋਏ ਬਹੁਤ ਸਾਰੇ ਵਿਦਿਆਰਥੀ ਆਪਣਾ ਆਪਣਾ ਅਨੁਭਵ ਦੱਸ ਰਹੇ ਸੀ। ਤੂੰ ਕਿੰਨੇ ਪਾਠ ਕੀਤੇ ਨੇ, ਤੂੰ ਕਿੰਨੇ ਕੀਤੇ ਨੇ। ਮੇਰੇ ਨਾਲ ਸਭ ਉਮਰ 'ਚ ਵੱਡੇ ਸਨ, ਮੈਂ ਉਮਰ ਛੋਟਾ ਸੀ। ਮੈਂ ਕਿਹਾ ਜੀ ਮੈਂ ਹੁਣ ਤੀਕਰ 350 ਅਖੰਡ ਪਾਠ ਕਰ ਛੱਡੇ ਨੇ। ਮੈਂ ਕਹਿ ਬੈਠਾ। ਸੰਤ ਤੇਜਾ ਸਿੰਘ ਜੀ ਮਹਾਰਾਜ ਬਾਹਰ ਬਰਾਮਦੇ 'ਚ ਬੈਠੇ ਸੁਣ ਰਹੇ ਸਨ, ਬੜਾ ਪਿਆਰ ਕਰਦੇ ਸਨ। ਉਸੇ ਵੇਲੇ ਆਵਾਜ਼ ਮਾਰਤੀ, ਸਾਹਿਬ ਸਿੰਘ ਬਾਹਰ ਆਓ। ਅਸੀਂ ਕਹਿੰਦੇ ਸੀ ਪੇਸ਼ੀ ਲੱਗ ਜਾਣੀ। ਮੈਂ ਹੱਥ ਜੋੜ ਕੇ ਖੜਾ ਹੋ ਗਿਆ। ਕਹਿੰਦੇ ਸੱਚੀ ਸੱਚੀ ਦੱਸ, ਅਖੰਡ ਪਾਠ ਕਿੰਨੇ ਕਰ ਛੱਡੇ ਨਹੀਂ? ਮੈਂ ਕਹਿ ਦਿੱਤਾ। ਹੱਸ ਪਏ। ਕਹਿੰਦੇ ਕਰਕੇ ਛੱਡ ਦਿੱਤੇ ਕਿ ਕੋਲ ਵੀ ਰੱਖਿਆ ਕੋਈ? ਉਦੋਂ ਤਾਂ ਨਹੀਂ ਸਮਝ ਆਈ, ਪਰ ਅੱਜ ਸਮਝ ਆ ਗਈ। ਜਦੋਂ ਅਸੀਂ ਬਾਣੀ ਪੜ੍ਹ ਕੇ ਬਾਣੀ ਵਿੱਚੋਂ ਕੁਝ ਗ੍ਰਹਿਣ ਨਹੀਂ ਕਰਦੇ, ਕਰੀ ਜਾਂਦੇ ਹਾਂ, ਛੱਡੀ ਜਾਂਦੇ ਹਾਂ, ਕਰੀ ਜਾਂਦੇ ਹਾਂ, ਛੱਡੀ। ਫਿਰ ਕਸੂਰ ਕਿਸ ਦਾ? ਬਾਣੀ ਦਾ ਕਸੂਰ ਹੈ। ਜਦੋਂ ਅਸੀਂ ਬਾਣੀ ਵਿੱਚੋਂ ਗ੍ਰਹਿਣ ਹੀ ਕੁਝ ਨਹੀਂ ਕਰਦੇ, ਉਹੀ ਆਦਤਾਂ, ਉਹੀ ਸੁਭਾਅ, ਉਹ ਵਿਹਾਰਕਾਰ, ਕੋਈ ਤਬਦੀਲੀ ਨਹੀਂ ਹੈਗੀ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਪਿਆਰਿਓ ਮੈਨੂੰ ਤੇ ਸ਼ਾਂਤੀ ਹੋਈ ਹੈ, ਪਰ ਗੁਰੂ ਗੋਬਿੰਦ ਪਾਈ। ਗੁਰੂ ਗੋਬਿੰਦ ਦੀ ਸਿੱਖਿਆ ਨੂੰ ਸੁਣ ਕੇ ਮੰਨਣ ਦੇਣਾ। ਸਾਰੀ ਗੁਰਬਾਣੀ ਇਹੀ ਕਹਿੰਦੀ। ਸੁਣਨ ਨਾਲ ਕੀ ਹੋਵੇਗਾ? ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਤਰ ਤਵਲ ਆਕਾਸ਼। ਪੜ੍ਹ ਲਓ ਚਾਰੇ ਪੌੜੀਆਂ। ਫਿਰ ਨਿਰਿਆ ਸੁਣਨਾ ਨਹੀਂ, ਫਿਰ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਫਿਰ ਅਗਲੀਆਂ 3 ਪੌੜੀਆਂ ਵਿੱਚ ਮੰਨੈ ਹੈ। ਅਸੀਂ ਮੰਨੇ ਤੇ ਮੰਨੈ ਦਾ ਹੀ ਫਰਕ ਨਹੀਂ ਸਮਝਦੇ। ਮੰਨੇ ਦੇ ਨੰਨੇ ਨੂੰ ਇੱਕ ਨਾਂ ਹੈ ਤੇ ਮੰਨੈ ਦੇ ਨੰਨੇ ਨੂੰ 2 ਨਾਵਾਂ ਨੇ। ਆਖਿਆ ਜਿਹੜਾ ਗੁਰੂ ਦੀ ਗੱਲ ਸੁਣ ਕੇ ਮੰਨੇਗਾ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੇ ਸਾਥ न ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋ। ਅਗਲਾ ਤੁਸੀਂ ਆਪ ਪਾਠ ਕਰ ਲਿਓ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਪਿਆਰਿਓ ਸ਼ਾਂਤ ਭਈ ਗੁਰ ਗੋਬਿੰਦ ਪਾਈ, ਸ਼ਾਂਤ ਭਈ ਗੁਰ ਗੋਬਿੰਦ ਪਾਈ। ਅੱਜ ਤੋਂ ਸ਼ੁਰੂ ਕਰ ਦਿਓ। ਬਾਣੀ ਦੀ ਸਿੱਖਿਆ ਨੂੰ ਸੁਣ ਕੇ ਮੰਨੋ, ਫਿਰ ਅਸਰ ਨਾ ਹੋਵੇ ਤੇ ਕੈਸਾ? ਦਵਾਈ ਲੈ ਆਂਦੀ, ਅਲਮਾਰੀ ਵਿੱਚ ਰੱਖ ਦਿੱਤੀ। ਅਗਲੇ ਦਿਨ ਜਾ ਕੇ ਡਾਕਟਰ ਨੂੰ ਉਲਾਂਭਾ ਦੇ ਦਿੱਤਾ, ਜੀ ਮੈਨੂੰ ਆਰਾਮ ਨਹੀਂ ਆਇਆ। ਉਹਨੇ ਆਖਿਆ ਕਿ ਦਵਾਈ ਖਾਧੀ ਸੀ? ਉਹ ਤਾਂ ਜੀ ਮੈਂ ਉੱਥੇ ਅਲਮਾਰੀ 'ਚ ਹੀ ਰੱਖ ਦਿੱਤੀ। ਇਹੀ ਹਾਲ ਸਾਡਾ ਹੈ। ਗਾਏ ਸੁਨੇ ਆਂਖੇ ਮੀਚੇ, ਪਾਈਏ ਨਾ ਪਰਮ ਪਦ। ਜਦੋਂ ਤੀਕਰ ਗੁਰੂ ਦੇ ਉਪਦੇਸ਼ ਨੂੰ ਕਮਾਵਾਂਗੇ ਨਹੀਂ, ਚਲਦੇ ਰਹੋ, ਤੁਹਾਡੀ ਮਰਜ਼ੀ, ਕਿੰਨੀ ਦੇਰ ਚੱਲੋ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਸ਼ਾਂਤ ਭਈ ਗੁਰੂ ਗੋਬਿੰਦ ਪਾਈ। ਗੁਰੂ ਦੇ ਬਚਨਾਂ ਨੂੰ ਸੁਣਨ ਤੇ ਮੰਨਣ ਦੇ ਨਾਲ ਤਾਪ ਪਾਪ ਬਿਨ ਸੇ ਮੇਰੇ ਭਾਈ। ਹੈ ਮੇਰੇ ਭਰਾਵੋ, ਦੇਖੋ ਗੁਰੂ ਵੱਲੋਂ ਪ੍ਰੇਰਨਾ ਕਰਨ ਦਾ ਤਰੀਕਾ ਵੀ ਕਿੰਨਾ ਪਿਆਰਾ ਹੈ। ਭਾਈ ਹੈ ਮੇਰੇ ਵੀਰ, ਮੈਂ ਤਾਂ ਦਵਾਈ ਵਰਤੀ ਹੈ, ਤੂੰ ਵੀ ਵਰਤ ਕੇ ਵੇਖ ਲੈ। 3 ਤਰ੍ਹਾਂ ਦੇ ਤਾਪ ਹਨ, ਆਦ ਵਿਆਦ ਤੇ ਉਪਾਦ। ਪਾਪ ਕਰਨ ਦੀ ਬਿਰਤੀ ਖਤਮ ਹੋ ਗਈ, ਪਰ ਕਦੋਂ ਹੋਈ? ਜਦੋਂ ਗੁਰੂ ਦੇ ਦੱਸੇ ਰਾਹ ਤੇ ਚੱਲੇ।
ਮੈਂ ਤਾਂ ਕਹਿੰਦਾ ਕਿ ਹਰ ਗੁਰਸਿੱਖ ਨੂੰ ਗੁਰੂ ਸਾਹਿਬਾਨ ਦਾ ਜੀਵਨ ਪੜ੍ਹਨਾ ਚਾਹੀਦਾ ਹੈ। ਗੁਰੂ ਅੰਗਦ ਦੇਵ ਜੀ ਬਣਨ ਤੱਕ ਬਾਬਾ ਲਹਿਣਾ ਜੀ ਪਹਿਲਾਂ ਕੀ ਸਨ? ਉਹ ਦੇਵੀ ਦੇ ਪੁਜਾਰੀ ਸਨ। ਪਰ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਏ, ਫਿਰ ਉਹਨਾਂ ਦੇ ਜੀਵਨ ਵਿੱਚ ਕਿੰਨਾ ਪਲਟਾ ਹੈ। ਸ਼੍ਰੀ ਅਮਰਦਾਸ ਜੀ 21 ਵਾਰੀ ਗੰਗਾ ਦੀ ਯਾਤਰਾ ਕਰਨ ਹਰਿਦੁਆਰ ਗਏ। ਉਦੋਂ ਦੀ ਯਾਤਰਾ ਤੇ ਅੱਜ ਦੀ ਯਾਤਰਾ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਅੱਜ ਤੇ ਤੁਸੀਂ ਸਵੇਰੇ ਆਪਣੀ ਕਾਰ ਤੇ ਬਹਿੰਦੇ ਹੋ ਤੇ ਸ਼ਾਮੀ ਇਸ਼ਨਾਨ ਕਰਕੇ ਵੀ ਆ ਜਾਂਦੇ। ਉਦੋਂ ਪੈਦਲ ਚੱਲ ਕੇ ਜਾਣਾ ਜੰਗਲ ਬੀਆਬਾਨਾਂ ਵਿੱਚੋਂ ਕਿੰਨਾ ਮੁਸ਼ਕਲ। ਪਰ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਏ, ਜਦੋਂ ਗੁਰੂ ਕੇ ਬਚਨਾਂ ਦੀ ਕਮਾਈ ਕੀਤੀ, ਫਿਰ ਗੁਰੂ ਅਮਰਦਾਸ ਬਣੇ, ਫਿਰ ਨਿਮਾਣਿਆਂ ਦੇ ਮਹਾਨ ਬਣੇ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ, ਪਿਆਰਿਓ ਸ਼ਾਂਤ ਭਈ ਗੁਰੂ ਗੋਬਿੰਦ ਪਾਈ, ਤਾਪ ਪਾਪ ਬਿਨ ਸੇ ਮੇਰੇ ਭਾਈ। ਇਹਦੇ ਲਈ ਕਰਨਾ ਕੀ ਪੈਣਾ? ਦਵਾਈ ਕਿਹੜੀ ਵਰਤੀ? ਰਸ ਰਾਮ ਨਾਮ ਨਿਤ ਰਸਨ ਬਖਾਨ। ਰਾਮ ਨਾਮ ਬੜਾ ਸਪਸ਼ਟ ਅੱਖਰ, ਰਾਮ ਨਾਮ, ਉਸ ਰਮੇ ਹੋਏ ਰਾਮ ਦਾ ਨਾਮ। ਨਿਤ, ਨਿਤ ਦਾ ਵੀ ਅਰਥ ਤੁਸੀਂ ਜਾਣਦੇ, ਹਰ ਰੋਜ਼ ਨੀਮ ਦੇ ਨਾਲ। ਰਸਨ ਬਖਾਨ, ਆਪਣੀ ਰਸਨਾ ਦੁਆਰਾ ਉਚਾਰਨ ਕਰ। ਇੱਕ ਸੁਖਮਨੀ ਸਾਹਿਬ ਦਾ ਹੀ ਅਸੀਂ ਬਚਨ ਮੰਨ ਲਈਏ, ਨਿਰਗੁਣਿਆਰ ਆਨਿਆ ਸੋ ਪ੍ਰਭ ਸਦਾ ਸਮਾਨ। ਜਿਨ ਕੀਆ ਤਿਸ ਚੀਤ ਰਖ ਨਾਨਕ ਨਿਭੀਨਾ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਅਸੀਂ ਨਾਸਤਕ ਨਹੀਂ ਬਣਾਂਗੇ, ਅਸੀਂ ਅਕਿਰਤਕਾਨ ਨਹੀਂ ਬਣਾਂਗੇ। ਸਾਨੂੰ ਪਤਾ ਲੱਗ ਜਾਏਗਾ ਕਿ ਇਹ ਸਾਡਾ ਸਰੀਰ ਕਿਸ ਨੇ ਬਣਾਇਆ। ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਤੇਰਾ ਮੁੱਢ ਕੀ ਹੈ ਤੇ ਅੱਜ ਤੂੰ ਬਣਿਆ ਕੀ ਬੈਠਾ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰਿਆ ਪਰ। ਤੇਰਾ ਸਿਰ ਤੇ ਉਸ ਦੇ ਚਰਨਾਂ ਤੋਂ ਉੱਠੇਗਾ ਹੀ ਨਹੀਂ। ਸ਼ਾਂਤ ਭਈ ਗੁਰੂ ਗੋਬਿੰਦ ਪਾਈ, ਤਾਪ ਪਾਪ ਬਿਨ ਸੇ ਮੇਰੇ ਭਾਈ। ਯਾਦ ਕਰ ਲਓ। ਪਰ ਮੈਂ ਕੀਤਾ ਕੀ ਹੈ? ਰਾਮ ਨਾਮ ਨਿਤ ਰਸਨ ਬਖਾਨ। ਨਿਤ। ਮੈਨੂੰ ਇੱਕ ਮੰਜੀ ਸਾਹਿਬ ਮੈਂ ਕਥਾ ਕਰਨ ਗਿਆ, ਇੱਕ ਗੁਰਸਿੱਖ ਮੇਰੇ ਤੋਂ ਉਮਰ ਦੇ ਛੋਟੇ ਜਾਂ ਵੱਡੇ ਆਂਦੇ, ਗਿਆਨੀ ਜੀ ਜੇ ਕਿਸੇ ਦਿਨ ਨਿਤਨੇਮ ਰਹਿ ਜਾਏ ਕਿਸੇ ਕਾਰਨ, ਮੈਂ ਕਿਹਾ ਜੀ ਫਿਰ ਰੋਟੀ ਵੀ ਨਾ ਖਾਇਆ ਕਰੋ। ਫਿਰ ਮੇਰੇ ਮੂੰਹ ਵੱਲ ਵੇਖਣ ਲੱਗ ਭਾਈ। ਨਿਤਨੇਮ ਦਾ ਮਤਲਬ ਕੀ ਹੈ? ਨਿਤ, ਐਵਰੀ ਡੇ, ਹਰ ਰੋਜ਼। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਵੀ ਮੈਨੂੰ ਤਾਂ ਇਸ ਤਰ੍ਹਾਂ ਸ਼ਾਂਤੀ ਮਿਲੀ। ਰਾਮ ਨਾਮ ਨਿਤ ਰਸਨ ਬਖਾਨ, ਬਿਨ ਸੇ ਰੋਗ ਭਏ ਕਲਿਆਣ। ਇਹੀ ਗੱਲ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਹੀ। ਜਦੋਂ ਸਿੱਧਾਂ ਨੇ ਆਖਿਆ ਨਾ, ਤੁਸੀਂ ਆਪਣੇ ਸ਼ਰਧਾਲੂਆਂ ਦਾ, ਜਗਿਆਸੂਆਂ ਦਾ, ਫਾਲੋਵਰਸ ਦਾ ਕਿਵੇਂ ਕਲਿਆਣ ਕਰੋਗੇ? ਨਾ ਤੁਸੀਂ ਕੋਈ ਮੁੰਦਰਾਂ ਪਾਈਆਂ ਨੇ, ਨਾ ਤੁਸੀਂ ਕੋਈ ਸਿਰ 'ਚ ਸੁਆਹ ਪਾਈ ਹੈ, ਕਿਵੇਂ ਕਲਿਆਣ ਕਰੋਗੇ? ਗੁਰੂ ਨਾਨਕ ਪਾਤਸ਼ਾਹ ਨੇ ਬੜਾ ਖੂਬਸੂਰਤ ਉੱਤਰ ਦਿੱਤਾ। ਆਖਿਆ ਮੈਂ ਤੇ ਗੁਰਮੁਖ ਬਣਾਉਣੇ ਨੇ, ਤੇ ਉਹਨਾਂ ਦੇ ਲੱਛਣ ਇਹ ਹੋਣਗੇ। ਗੁਰਮੁਖ ਸਾਚੇ ਕਾ ਭਉ ਪਾਵੈ, ਗੁਰਮੁਖ ਸਾਚੇ ਕਾ ਭਉ ਪਾਵੈ। ਉਹ ਸੱਚੇ ਦੇ ਭਉ ਵਿੱਚ, ਡਰ ਵਿੱਚ ਰਹਿਣਗੇ। ਗੁਰਮੁਖ ਬਾਣੀ ਅਕੜ ਕਢਾਵੈ,
ਬਾਣੀ ਦੀ ਵਿਚਾਰ ਕਰਕੇ ਆਪਣੇ ਅਕੜ ਮਨ ਨੂੰ ਘੜੇਗਾ, ਰੋਜ਼ ਸਵਾਰੇਗਾ, ਰੋਜ਼ ਸਵਾਰੇਗਾ। ਛੋਟੇ ਹੁੰਦਿਆਂ ਸੁਣਿਆ ਕਰਦੇ ਸਾਂ, ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ। ਕਿਸੇ ਪ੍ਰੇਮੀ ਦਾ ਸ਼ਬਦ ਹੈ, ਅਸੀਂ ਸਮਝਦੇ ਸੀ ਵੀ ਸ਼ਾਇਦ ਗੁਰੂ ਤੇਗ ਬਹਾਦਰ ਜੀ ਦਾ, ਪਰ ਹੌਲੀ ਹੌਲੀ ਸਮਝ ਆ ਗਏ। ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀਏ। ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ। ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਂਹ ਨਾ ਛੋੜੀਏ। ਗੁਰੂ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੱਡੀ। ਇਹ ਕੰਮ ਰੋਜ਼ ਕਰਨਾ ਹੈ। ਰਾਮ ਨਾਮ ਨਿਤ ਰਸਨ ਬਕਾਨ ਬਿਨ ਸੇ ਰੋਗ ਭਏ ਕਲਿਆਣ। ਕਲਿਆਣ ਸ਼ਬਦ ਵੀ ਤੁਸੀਂ ਆਮ ਵਰਤਦੇ ਹੋ। ਸੁੱਖ ਹੈ, ਕਲਿਆਣ ਹੈ, ਆਨੰਦ ਹੈ। ਆਖਿਆ ਜਦੋਂ ਤੋਂ ਮੈਂ ਆਪਣੀ ਰਸਨਾ ਦੇ ਨਾਲ ਉਸ ਪਰਮਾਤਮਾ ਦੇ ਨਾਮ ਨੂੰ ਬਖਾਨ ਉਚਾਰਨ ਕਰਨਾ ਸ਼ੁਰੂ ਕੀਤਾ, ਮੈਂ ਉਹ ਪੌੜੀ ਮੁਕੰਮਲ ਕਰਦੇ ਹਾਂ। ਗੁਰਮੁਖ ਸਾਚੇ ਕਾ ਭਉ ਪਾਵੈ ਗੁਰਮੁਖ ਬਾਣੀ ਅਕੜ ਖੜਾਵੈ। ਗੁਰਮੁਖ ਨਿਰਮਲ ਹਰ ਗੁਣ ਗਾਵੈ ਗੁਰਮੁਖ ਪਵਿੱਤਰ ਪਰਮ ਪਦ ਪਾਵੈ। ਗੁਰਮੁਖ ਰੋਮ ਰੋਮ ਹਰ ਧਿਆਵੈ ਨਾਨਕ ਗੁਰਮੁਖ ਸਾਚ ਸਮਾਵੈ। ਉਹ ਸੱਚ ਦਾ ਰੂਪ ਬਣ ਜਾਏ। ਅਗਲੀ ਪੰਕਤੀ 'ਚ ਗੁਰੂ ਸਾਹਿਬ ਹੋਰ ਕਲੀਅਰ ਕਰਦੇ, ਇਹ ਕੰਮ ਮੁਕੰਮਲ ਕਿਵੇਂ ਹੋਵੇਗਾ। ਆਖਿਆ ਪਾਰ ਬ੍ਰਹਮ ਗੁਣ ਅਗਮ ਵਿਚਾਰ। ਉਹ ਪਰਮਾਤਮਾ ਜੋ ਅਗਮ ਹੈ, ਗਮਤਾ ਤੋਂ ਰਹਿਤ ਹੈ, ਜਿਸ ਨੂੰ ਪਾਰ ਬ੍ਰਹਮ ਕਹਿੰਦੇ ਨੇ, ਜਿਹੜਾ ਬ੍ਰਹਮ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਹਦੇ ਗੁਣਾਂ ਨੂੰ ਵਿਚਾਰ ਕਰਨੀ। ਅਸੀਂ ਕਹਿੰਦੇ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ, ਨਿਤਨੇਮ ਦਾ ਸਾਡੇ ਕੋਲ ਟਾਈਮ ਨਹੀਂ ਹੈਗਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਦਾ ਸਾਡੇ ਕੋਲ ਟਾਈਮ ਨਹੀਂ ਹੈਗਾ। ਦੱਸੋ ਫਿਰ ਇਲਾਜ ਕੀ ਹੈਗਾ? ਕਿਉਂ ਜੀ ਦਿਨ ਨਹੀਂ ਚੜ੍ਹਦਾ ਤੁਹਾਡਾ? ਦਿਨ ਤੇ ਚੜ੍ਹਦਾ, ਪਰ ਅੰਦਰੋਂ ਜਦ ਤੱਕ ਜਗਿਆਸਾ ਨਾ ਹੋਵੇ, ਸ਼ਾਂਤੀ ਤੇ ਚਾਹੁੰਦੇ ਹਾਂ, ਪਰ ਜਿਹੜਾ ਸ਼ਾਂਤੀ ਪ੍ਰਾਪਤ ਕਰਨ ਦਾ ਫਾਰਮੂਲਾ ਹੈ ਉਹ ਨਹੀਂ ਕਰਨਾ ਚਾਹੁੰਦਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ। ਸਾਧੂ ਸੰਗਮ, ਉਹਨਾਂ ਦੀ ਸੰਗਤ, ਜਿਹਨੂੰ ਆਪਾਂ ਸਾਧ ਸੰਗਤ ਕਹਿੰਦੇ। ਸੰਗਮ ਦਾ ਮਤਲਬ ਹੁੰਦਾ ਮਿਲਾਪ, ਮਿਲਣਾ, ਮਿਲ ਕੇ ਬੈਠਣਾ। ਉਹਨਾਂ ਗੁਰੂ ਪਿਆਰਿਆਂ ਦੀ ਸੰਗਤ ਵਿੱਚ ਬੈਠਣ ਨਾਲ, ਕਿਉਂਕਿ ਸੰਗਤ ਕਾ ਗੁਣ ਬਹੁਤ ਅਧਿਕਾਰੀ। ਪੜ੍ਹ ਸੁਆ ਗਨਕ ਉਧਾਰੇ। ਬਚਪਨ ਤੋਂ ਸੁਣਦੇ ਆਏ ਹਾਂ, ਜੈਸੀ ਸੰਗਤ ਵੈਸੀ ਰੰਗਤ। ਊਤਮ ਸੰਗਤ ਊਤਮ ਹੋਵੇ ਗੁਣ ਕੋ ਧਾਵੈ ਅਵਗੁਣ ਧੋਵੈ। ਸੰਗ ਤਾਰੇ ਕੋ ਸੰਗ ਡੋਬੇ। ਭੈੜੇ ਬੰਦਿਆਂ ਦੀ ਸੰਗਤ ਇਉਂ ਹੈ ਜਿਉਂ ਕੇਲੇ ਦੇ ਨੇੜੇ ਬੇਰੀ ਹੋਵੇ। ਆਖਿਆ ਉਹ ਝੂਲੇ ਉਹ ਚੀਰੀ ਹੈ ਸਾਕਤ ਸੰਗ ਨਾ ਹੈ। ਉਹਨਾਂ ਨੇ ਭੈੜੇ ਪਾਸੇ ਹੀ ਲਾਉਣਾ, ਕਦੇ ਚੰਗੀ ਮੱਤ ਨਹੀਂ ਦੇਣੀ। ਪਰ ਯਾਦ ਰੱਖੋ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ। ਉਸ ਪਾਰ ਬ੍ਰਹਮ ਦੇ ਗੁਣਾਂ ਨੂੰ ਵਿਚਾਰਨਾ। ਜਿਹੜਾ ਨਿਤਾ ਪ੍ਰਤੀ ਬਾਣੀ ਪੜ੍ਹੇਗਾ, ਬਾਣੀ ਵਿੱਚ ਪਰਮਾਤਮਾ ਦੇ ਗੁਣ ਹਨ। ਕਈ ਪੁੱਛਦੇ ਨੇ ਜੀ ਕਿਹੜੀ ਬਾਣੀ ਪੜ੍ਹੀ ਹੈ? ਅਰੇ ਭਾਈ ਬਾਣੀ ਤਾਂ ਮਿਸ਼ਰੀ ਦੀ ਡਲੀ ਹੈ, ਕਿਸੇ ਪਾਸਿਓਂ ਪੜ੍ਹੋ, ਕਿਧਰੋਂ ਪੜ੍ਹੋ ਤੇ ਸਹੀ, ਐਵੇਂ ਹੁਜਤਾਂ ਨਾ ਕਰ। ਤੋ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਪਿਆਰਿਓ ਨਿਰਮਲ ਗੁਣ ਗਾਵੈ ਨਿਤ ਨੀਤ।
ਆਖਰੀ ਅਰਥ ਤੇ ਤੁਸੀਂ ਬਿਨਾਂ ਮਿਹਨਤ ਤੋਂ ਕਰ ਸਕਦੇ। ਨਿਰਮਲ ਗੁਣ, ਮੈਲ ਤੋਂ ਰਹਿਤ ਪਰਮਾਤਮਾ ਹੈ। ਅਸੀਂ ਸਾਰੇ ਮੈਲ ਨਾਲ ਭਰੇ ਹੋਏ। ਸਾਡੇ ਗੁਣ ਗਾਓ ਨਾ ਗਾਓ, ਸਿਫਤ ਕਰੋ ਨਾ, ਉਹਦੇ ਗੁਣ ਗਾਓ। ਪਰ ਕਦੋਂ? ਨਿਤ ਨੀਤ, ਨਿਤਾ ਪ੍ਰਤ। ਸਾਡੇ 'ਚ ਇਹ ਵੀ ਬੜੀ ਸਵਾਰਥੀ ਬਿਰਤ। ਜਦੋਂ ਕੋਈ ਕੰਮ ਹੈ ਫਿਰ ਤੇ ਅਖੰਡ ਪਾਠ ਕਰਾਵਾਂਗੇ, ਫਿਰ ਤੇ ਗੁਰਦੁਆਰੇ ਵੀ ਜਾਵਾਂਗੇ, ਪ੍ਰਸ਼ਾਦ ਵੀ ਕਰਾਵਾਂਗੇ, ਅੱਗੇ ਪਿੱਛੇ ਛੁੱਟੀ ਨਹੀਂ। ਨਹੀਂ, ਗੁਰੂ ਅਰਜਨ ਦੇਵ ਪਾਤਸ਼ਾਹ ਆਪਣਾ ਅਨੁਭਵ ਦੱਸ ਰਹੇ ਨੇ। ਕਿਆ ਸ਼ਾਂਤ ਭਈ ਗੁਰ ਗੋਬਿੰਦ ਪਾਈ, ਤਾਪ ਪਾਪ ਬਿਨਸੇ ਮੇਰੇ ਭਾਈ। ਰਹਾਉ ਰਾਮ ਨਾਮ ਨਿਤ ਰਸਨ ਮਖਾਨ, ਬਿਨਸੇ ਰੋਗ ਭੈ ਕਲਿਆਣ। ਪਾਰ ਬ੍ਰਹਮ ਗੁਣ ਅਗਮ ਵਿਚਾਰ, ਸਾਧੂ ਸੰਗਮ ਹੈ ਨਿਸਤਾਰ। ਨਿਰਮਲ ਗੁਣ ਗਾਵੋ ਨਿਤ ਨੀਤ। ਮੈਨੂੰ ਤਾਂ ਜਿਹੜੇ ਬਜ਼ੁਰਗ ਮਿਲਦੇ ਹਨ ਕਹਿੰਦੇ ਜੀ ਸਾਡੇ ਮਾਤਾ ਜੀ ਤਾਂ ਕਹਿੰਦੇ ਸਨ ਪਹਿਲਾਂ ਮੱਥਾ ਟੇਕ ਕੇ ਆਓ ਫਿਰ ਰੋਟੀ ਮਿਲੇਗੀ। ਪਹਿਲਾਂ 5 ਵਾਰੀ ਮੂਲ ਮੰਤਰ ਸੁਣਾਓ ਫਿਰ ਰੋਟੀ ਮਿਲੇਗੀ। ਹੁਣ ਕਿੰਨੀਆਂ ਕਮਾਵਾਂ ਨੇ ਜਿਹੜੀਆਂ ਆਪ ਹੀ ਨਹੀਂ ਪੜ੍ਹਦੀਆਂ, ਬੱਚਿਆਂ ਨੂੰ ਕਿਵੇਂ ਕਹਿ ਦੇਣਗੇ? ਜਿਹੜੇ ਆਪ ਹੀ ਘਰ 'ਚ ਹਿੰਦੀ ਬੋਲਦੇ ਨੇ ਉਹ ਬੱਚਿਆਂ ਨੂੰ ਕਿਵੇਂ ਕਹਿ ਦੇਣਗੇ? ਤੇ ਕਹਿ ਵੀ ਦੇਣ ਤਾਂ ਉਹਦਾ ਅਸਰ ਵੀ ਕੋਈ ਨਹੀਂ, ਹੋ ਹੀ ਨਹੀਂ ਸਕਦਾ ਅਸਰ। ਕਿਉਂਕਿ ਅਸਰ ਤੇ ਤਾਂ ਹੀ ਹੁੰਦਾ ਜੇ ਪਹਿਲਾਂ ਆਪ ਕਰੀਏ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਪਿਆਰਿਓ, ਨਿਰਮਲ ਗੁਣ ਗਾਵੋ ਨਿਤ ਨੀਤ। ਗਈ ਬਿਆਦ ਉਭਰੇ ਜਨ ਮੀਤ। ਬਿਆਦ ਦਾ ਮਤਲਬ ਹੈ ਬਿਮਾਰੀਆਂ। ਬਿਮਾਰੀਆਂ ਕਈ ਤਰ੍ਹਾਂ ਦੀਆਂ ਨੇ। ਹਉਮੈ ਦਾ ਰੋਗ ਹੀ ਨਹੀਂ ਸਾਡਾ ਤੇ ਖਹਿੜਾ ਚੜ੍ਹਦਾ। ਹਉਮੈ ਨੇ ਹੀ ਮਾਰ ਲਿਆ ਸਾਨੂੰ। ਮੈਂ ਹਾਸੇ ਦੀ ਗੱਲ ਵੀ ਕਰਾਂ ਤੇ ਬੁਰਾ ਨਾ ਮੰਨਿਓ। ਰਕਾਬਗੰਜ ਸਾਹਿਬ ਪਾਠ ਪੂਜ ਸਮਾਗਮ ਹੋ ਰਿਹਾ ਸੀ ਤੇ ਜਿੱਥੇ ਮੇਰੀ ਰਿਹਾਇਸ਼ ਸੀ ਨਾ ਉਹਦੇ ਇੱਧਰ ਵੀ ਇੱਕ ਦਲ ਦਾ ਸੀ ਦਫ਼ਤਰ ਤੇ ਇੱਧਰ ਵੀ। ਤੇ ਕਿਸੇ ਪ੍ਰੇਮੀ ਨੇ ਮੈਨੂੰ ਪੁੱਛ ਲਿਆ, ਗਿਆਨੀ ਜੀ ਜੇ ਤੁਹਾਡੇ ਨਾਲ ਬਹਿ ਕੇ ਕੋਈ ਵਿਚਾਰ ਕਰਨੀ ਹੋਵੇ ਤੇ ਤੁਹਾਡਾ ਟਿਕਾਣਾ? ਮੈਂ ਕਿਹਾ ਜੀ ਇੱਕ ਦਲ ਇੱਧਰ ਤੇ ਇੱਕ ਦਲ ਇੱਧਰ ਤੇ ਵਿਚਕਾਰ ਮੈਂ। ਅਸੀਂ ਤਾਂ ਦਲਦਲ ਵਿੱਚ ਹੀ ਫਸ ਗਏ। ਗੁਰੂ ਦੀ ਗੱਲ ਤੇ ਭੁੱਲ ਹੀ ਗਈ ਸਨ। ਗੁਰੂ ਸਾਹਿਬ ਕੀ ਕਹਿ ਰਹੇ ਨੇ? ਭਾਈ ਨਿਰਮਲ ਗੁਣ ਗਾਵੋ ਨਿਤ ਨੀਤ। ਗਈ ਬਿਆਦ ਉਭਰੇ ਜਨ ਮੀਤ। हे ਮੇਰੇ ਮਿੱਤਰੋ, हे ਪ੍ਰਭੂ ਦੇ ਸੇਵਕੋ, ਤਰ ਜਾਓ, ਬੇੜਾ ਪਾਰ ਹੋ ਜਾਏ। ਜਿਸ ਦਿਨ ਆ ਕੰਮ ਸ਼ੁਰੂ ਕਰ ਦਿਓ। ਅਖੀਰ ਵਿੱਚ ਬਾਦਸ਼ਾਹ ਕਹਿੰਦੇ ਨੇ ਮਨ ਬਚ ਕਰਮ। ਕੋਈ ਐਸੀ ਗੂੜ ਗੱਲ ਨਹੀਂ। ਮਨ ਵਿੱਚ ਅਸੀਂ ਸੋਚਦੇ ਹਾਂ, ਬਚਨ ਕਰਕੇ ਬੋਲਦੇ ਹਾਂ, ਕਰਮ ਕਰਕੇ ਐਕਸ਼ਨ ਕਰਦੇ ਹਾਂ। ਤਿੰਨ ਹੀ ਤਰੀਕੇ ਹਨ। ਤਿੰਨਾਂ ਹੀ ਤਰੀਕਿਆਂ ਨਾਲ ਮੈਂ ਤੇ ਤੁਸੀਂ ਸੰਸਾਰ ਵਿੱਚ ਵਿਚਰਦੇ ਹਾਂ। ਪਹਿਲਾਂ ਮਨ ਵਿੱਚ ਸੋਚਿਆ ਜਾਂਦਾ, ਫਿਰ ਬਚਨ ਬੋਲਿਆ ਜਾਂਦਾ, ਫਿਰ ਕਰਮ ਐਕਸ਼ਨ ਕੀਤਾ ਜਾਂਦਾ। ਇਹਨਾਂ ਤਿੰਨਾਂ ਨੂੰ ਕਰਨ ਵੇਲੇ ਪਰਮਾਤਮਾ ਨੂੰ ਯਾਦ ਰੱਖੋ। ਮੈਨੂੰ ਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਸਿੱਖਿਆ ਮਿਲੀ ਹੈ। ਗੁਰੂ ਅਮਰਦਾਸ ਜੀ ਕਹਿੰਦੇ ਪਿਆਰਿਓ, ਭੈ ਵਿੱਚ ਬੈਸੈ ਪੈ ਰਹਿ, ਭੈ ਵਿੱਚ ਕਮਾਵੇ ਕਾਰ। ਜਿੱਥੇ ਬੈਠੋ ਉਹਦੇ ਭੈ ਵਿੱਚ ਬੈਠੋ। ਇਹ ਦ੍ਰਿੜ ਕਰੋ ਕਿ ਮੈਨੂੰ ਮੇਰਾ ਮਾਲਕ ਦੇਖ ਰਿਹਾ। ਜਿੱਥੇ ਰਹੋ ਉਹਦੇ ਭੈ ਵਿੱਚ ਰਹੋ। ਕਾਰ ਦਾ ਮਤਲਬ ਹੈ ਕਿਰਤ, ਕੰਮ। ਜੋ ਵੀ ਕਰਦੇ, ਦੁਕਾਨ ਕਰਦੇ ਹੋ, ਦਫ਼ਤਰ ਜਾਂਦੇ ਹੋ, ਕੁਝ ਵੀ ਕਰਦੇ। ਭੈ ਵਿੱਚ ਬੈਸੈ ਪੈ ਰਹਿ, ਭੈ ਵਿੱਚ ਕਮਾਵੇ ਕਾਰ। ਇੱਥੇ ਸੁਖ ਵਡਿਆਈਆਂ ਦਰਗਾਹ ਮੋਖ ਦੁਆਰ।
शांत भई गुर गोबिंद पाई, ताप पाप बिन से मेरे भाई। रहाओ राम नाम नित रसन बखान, बिन से रोग भय कल्याण। पार ब्रह्म गुण अगम विचार, साधु संगम है निस्तार। निर्मल गुण गावो नित नीत, गई ब्याद उबरे जन मीत। सब ਬਿਮਾਰੀਆਂ ਛੁੱਟ ਜਾਣ। ਜਿਨ੍ਹਾਂ ਚਿੰਤਾਵਾਂ ਵਿੱਚ ਅਸੀਂ ਫਸੇ ਹੋਏ ਹਾਂ ਸਭ ਖਹਿੜਾ ਛੱਡ। ਅਖੀਰਲੀ ਪੰਕਤੀ 'ਚ ਪਾਤਸ਼ਾਹ ਕਹਿੰਦੇ ਨੇ, ਮੈਂ ਤੇ ਭਾਈ ਮਨ ਬਚ ਕਰਮ ਪ੍ਰਭ ਆਪਣਾ ਧਿਆਈ। ਮਨ ਵਿੱਚ ਵੀ ਪ੍ਰਭੂ ਨੂੰ ਯਾਦ ਕਰਦਾ, ਜੇ ਬਚਨ ਬੋਲਦਾ ਤਾਂ ਵੀ ਉਹਦੀ ਗੱਲ ਕਰਦਾ, ਤੇ ਜਦੋਂ ਮੈਂ ਕੋਈ ਕਰਮ ਐਕਸ਼ਨ ਕਰਨ ਲੱਗਦਾ ਫਿਰ ਵੀ ਮੈਨੂੰ ਯਾਦ। ਮਨ ਬਚ ਕਰਮ ਪ੍ਰਭ ਆਪਣਾ ਧਿਆਈ, ਨਾਨਕ ਦਾਸ ਤੇਰੀ ਸ਼ਰਨਾਈ। ਹੇ ਵਾਹਿਗੁਰੂ ਮੈਂ ਤੇਰੀ ਸ਼ਰਨ ਵਿੱਚ, ਇਹ ਨਾਨਕ ਦਾਸ ਤੇਰੀ ਸ਼ਰਨਾਈ, ਉਹਦੀ ਸ਼ਰਨ ਵਿੱਚ ਰਹੋ। ਬਸ ਜਿਸ ਦਿਨ ਅਸੀਂ ਗੁਰੂ ਕੇ ਇਹਨਾਂ ਪਾਏ ਪੂਰਨਿਆਂ 'ਤੇ ਚੱਲ ਪਏ, ਹਾਂ ਕਿਸੇ ਨੂੰ ਨਹੀਂ ਸਮਝ ਆਈ ਉਹ ਫਿਰ ਸਮਝ ਸਕਦਾ। 200 ਅੰਗ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 200 ਅੰਗ 'ਤੇ ਇਹ ਸ਼ਬਦ ਹੈ, ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ। ਮੇਰੇ ਭਾਗ ਚੰਗੇ ਨੇ ਕਿ ਮੈਨੂੰ ਅੱਜ ਇਸ ਦੀ ਵਿਚਾਰ ਕਰਨ ਦੀ ਸੇਵਾ ਮਿਲ ਗਈ। ਵਿਚਾਰ ਕਰਨ ਦੇ ਨਾਲ ਸਮਝ ਆਈ। ਇਸੇ ਲਈ ਗੁਰੂ ਪਾਤਸ਼ਾਹ ਕਹਿੰਦੇ, ਪਿਆਰਿਓ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਮੈਂ ਨਹੀਂ, ਤੁਸੀਂ ਨਹੀਂ, ਸਾਰਾ ਸੰਸਾਰ ਦੇਖਦਾ। ਜਿੰਨੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਏ ਨੇ ਸਭ ਕਹਿਣਗੇ ਅਸੀਂ ਮੱਥਾ ਟੇਕਿਆ ਹੈ, ਕੋਈ ਸ਼ੱਕ ਨਹੀਂ। ਪਰ ਡਿਠੇ ਮੁਕਤ ਨ ਹੋਵਈ, ਜਿਚਰ ਸ਼ਬਦ ਨ ਕਰੇ ਵਿਚਾਰ। ਸ਼ਬਦ ਦੀ ਵਿਚਾਰ ਕਰਨੀ ਬਹੁਤ ਜ਼ਰੂਰੀ। ਤੋ ਸ਼ਬਦ ਦੀ ਵਿਚਾਰ ਕਰਨ ਨਾਲ ਜਿਹੜੀ ਗੱਲ ਨਹੀਂ ਸਮਝ ਆਈ ਫਿਰ ਪੜ੍ਹ ਲਓ। ਮੈਂ ਤਾਂ ਤੁਹਾਨੂੰ ਯਾਦ ਕਰਾ ਦਿੱਤਾ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਭਾਈ ਸ਼ਾਂਤ ਭਈ ਗੁਰ ਗੋਬਿੰਦ ਪਾਈ, ਤਾਪ ਪਾਪ ਬਿਨ ਸੇ ਮੇਰੇ ਭਾਈ। ਰਾਹੁ ਰਾਮ ਨਾਮ ਨਿਤ ਰਸਨ ਬਖਾਨ। ਜੇ ਬਖਾਣਦੇ ਹੋ ਚੰਗੀ ਗੱਲ ਹੈ, ਨਹੀਂ ਬਖਾਣਦੇ ਤਾਂ ਸ਼ੁਰੂ ਕਰ ਦਿਓ। ਨਿਤਨੇਮ ਕਰੋ, ਬਾਣੀ ਪੜ੍ਹੋ, ਵਿਚਾਰ ਕੇ ਪੜ੍ਹੋ। ਬਿਨ ਸੇ ਰੋਗ ਭਏ ਕਲਿਆਣ, ਪਾਰ ਬ੍ਰਹਮ ਗੁਣ ਅਗਮ ਵਿਚਾਰ। ਸਾਧੂ ਸੰਗਮ ਹੈ ਨਿਸਤਾਰ। ਜੇ ਸੰਗਤ ਵਿੱਚ ਆਉਂਦੇ ਹੋ ਤਾਂ ਅੱਛੀ ਬਾਤ ਹੈ, ਨਹੀਂ ਆਉਂਦੇ ਤੇ ਆਇਆ ਕਰੋ, ਕਰਕੇ ਦੇਖੋ। ਨਿਰਮਲ ਗੁਣ ਗਾਵੋ ਨਿਤ ਨੀਤ, ਗਈ ਬਿਆਦ ਉਬਰੇ ਜਨ ਮੀਤ। ਮਨ ਬਚ ਕਰਮ ਪ੍ਰਭ ਆਪ ਧਿਆਈ। ਮੈਂ ਉਸ ਪ੍ਰਭੂ ਨੂੰ ਮਨ ਕਰਕੇ ਵੀ ਯਾਦ ਕਰਦਾ, ਬਚਨ ਕਰਕੇ ਵੀ ਯਾਦ ਕਰਦਾ, ਕਰਮ ਕਰਕੇ ਵੀ ਯਾਦ ਕਰਦਾ। ਜੇ ਮਨ ਵਿੱਚ ਸੋਚਦਾ ਤਾਂ ਵੀ ਉਸ ਪ੍ਰਭੂ ਨੂੰ ਹਾਜ਼ਰ ਨਾਜ਼ਰ ਸਮਝ। ਬਚਨ ਬੋਲਦਾ ਤਾਂ ਵੀ ਮੈਨੂੰ ਪਤਾ ਕਿ ਮੇਰਾ ਵਾਹਿਗੁਰੂ ਸੁਣ ਰਿਹਾ। ਅਤੇ ਜਦੋਂ ਮੈਂ ਕਰਮ ਐਕਸ਼ਨ ਕਰਦਾ ਪ੍ਰੈਕਟੀਕਲ, ਉਦੋਂ ਵੀ ਮੈਨੂੰ ਡਰ ਹੋਣਾ ਚਾਹੀਦਾ। ਬਸ ਨਾਨਕ ਦਾਸ ਤੇਰੀ ਸ਼ਰਨ। ਹੇ ਵਾਹਿਗੁਰੂ ਮੈਂ ਤੇਰੀ ਸ਼ਰਨ ਵਿੱਚ। ਤੋ ਸਾਧ ਸੰਗਤ, ਸ਼ਬਦ ਦਾ ਆਕਾਰ ਕੋਈ ਬਹੁਤ ਵੱਡਾ ਨਹੀਂ। ਇਹਨੂੰ ਯਾਦ ਕਰੋ, ਵਿਚਾਰ ਕਰੋ, ਫਿਰ ਇਸ ਸ਼ੀਸ਼ੇ ਵਿੱਚੋਂ ਆਪਣਾ ਆਪ ਦੇਖੋ। ਜਿਵੇਂ ਸ਼ੀਸ਼ੇ ਵਿੱਚੋਂ ਆਪਣਾ ਚਿਹਰਾ ਮੋਹਰਾ ਦੇਖ ਕੇ ਆਏ ਹਾਂ ਨਾ, ਵੀ ਮੇਰੀ ਪੱਗ ਠੀਕ ਹੈ, ਮੇਰਾ ਮੇਕਅਪ ਠੀਕ ਹੈ। ਕਿਉਂ? ਇਸ ਲਈ ਕਿ ਲੋਕ ਕੀ ਕਹਿਣਗੇ। ਇੱਧਰ ਵੀ ਧਿਆਨ ਮਾਰੋ।
गुरु का शब्द रूपी शीशा की कह रहे हैं, गुरु का शब्द उपदेश सानू की दस रहा। तो धन गुरु अर्जन देव पातशाह ने बड़ी कृपा की, आख्या भाई मैनू तो शांति इउं प्राप्त हुई है, जे तुसी भी करनी तो तुसी भी आ जाओ। बार बार वही पंक्तियां ने, उन्होंने जिन्ना रिड़कोगे उन्हां विचों ज्ञान निकलेगा, उन्हां विचों ज्ञान प्राप्त होवेगा, अज्ञान दूर हो जाएगा। फिर की होवेगा? लोग सुखिए परलोक सोहेले, लोग सुखिए परलोक सोहेले। नानक हर प्रभ आपे मेले, नानक हर प्रभ आपे मेले। तो जिन्नी गुरु पातशाह ने मत बख्शी, जिन्नी उन्होंने सोझी प्रदान की, आप जी दे नाल शब्द की विचार साझी की है। जे कोई भुल है तो मेरी है, सतगुरु मेरा अपुल है। भुलन अंदर सब को अपुल गुरु करतार। आओ गुरु महाराज की हजूरी विचों ये सिक्ख्या पल्ले बन के लै जाओ, तो ये अनुसार अपना जीवन ढालण का यतन करिए, फिर गुरु कृपा करेगा। भुलों चुकां की खिमा बख्शनी, गज के फतेह गुजाओ। वाहिगुरु जी का खालसा, वाहिगुरु जी की फतेह। राम कली महला तीजा, आनंद इको ओंकार, सतगुर प्रसाद।